ਦੇ ਕਿਸਾਨ ਨੂੰ ਇੱਕ ਪਲੇਟਫਾਰਮ, ਇੱਕ ਸਟੇਜ ਤੇ ਲੈ ਕੇ ਆਂਦਾ। ਸਾਡਾ ਵਿਰੋਧ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ, ਸਾਡਾ ਸੰਘਰਸ਼ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ, ਨਾ ਕਿ ਜੋ ਕੱਲ ਲਾਲ ਕਿਲੇ ਦੇ ਉੱਤੇ ਵਾਪਰਿਆ ਬਿਲਕੁਲ ਨਹੀਂ ਹੈਗਾ। ਉਹ ਅੱਜ ਹੋਰ ਚਿੰਤਾਜਨਕ। ਲੋਕ इंसाफ पार्टी के मुखी सिमरनजीत सिंह बैंस ने गणतंत्र दिवस के मौके ते गुंडागर्दीकरण ਅਤੇ ਹਿੰਸਾ ਅਤੇ ਲਾਲ ਕਿਲੇ ਝੰਡਾ ਲਹਿਰਾਉਣ ਦੇ ਦੋਸ਼ ਹੇਠ ਕੁਝ ਕਿਸਾਨ ਆਗੂਆਂ ਖਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਇਤਰਾਜ਼ ਜਤਾਇਆ। ਬਹੁਤ ਘਟੀਆ ਹੋ ਗਈ। ਜੋ ਰੂਟ ਸੰਘਰਸ਼ ਕਮੇਟੀ ਦੇ ਸਤਿਕਾਰਯੋਗ ਲੀਡਰ ਸਾਹਿਬਾਨਾਂ ਨੇ ਦਿੱਲੀ ਦੀ ਪੁਲਿਸ ਨਾਲ ਮਿਲ ਕੇ ਤੈਅ ਕੀਤਾ ਸੀਗਾ, ਉਸ ਰੂਟ ਨੂੰ ਭਟਕਾਉਣ ਵਾਲੇ ਕੌਣ ਲੋਕ ਹੈਗੇ ਆ? ਔਰ ਨੌਜਵਾਨਾਂ ਦੇ ਇੱਕ ਵੱਡੇ ਵਰਗ ਨੂੰ ਬਰਗਲਾ ਕੇ ਭਟਕਾ ਕੇ ਆਪਣੇ ਅਸਲ ਮਕਸਦ ਤੋਂ ਕਿਹੜੇ ਲੋਕ ਹੈਗੇ ਜਿਹੜੇ ਲਾਲ ਕਿਲੇ ਵੱਲ ਲੈ ਕੇ ਗਏ ਆ? ਕੇਂਦਰ ਦੀ ਸਾਜ਼ਿਸ਼ ਅੰਦੋਲਨ ਨੂੰ ਪਾੜ ਕੇ ਕਮਜ਼ੋਰ ਕਰਨ ਦੀ ਸਫਲ ਕੇਂਦਰ ਸਰਕਾਰ ਵੱਲੋਂ ਅੱਜ ਇਹ ਗੱਲ ਹਰ ਬੰਦੇ ਦੀ ਜ਼ੁਬਾਨ ਦੇ ਉੱਤੇ ਆ ਕਿ ਤਕਰੀਬਨ ਸਿੰਘੂ ਬਾਰਡਰ ਤੋਂ ਲਾਲ ਕਿਲਾ 30-35 ਅੰਦਾਜ਼ਨ ਤੌਰ ਤੇ ਮੈਂ ਕਹਾਂ ਤੇ 30-35 ਕਿਲੋਮੀਟਰ ਦੂਰ ਹੋਏਗਾ। ਹੁਣ ਐਡੇ ਲੰਬੇ ਰਸਤੇ ਦੇ ਉੱਤੇ ਦੇਸ਼ ਦੀ ਰਾਜਧਾਨੀ ਤੇ ਸਾਡੇ ਦੇਸ਼ ਦਾ ਇਹ ਕਹੂੰਗਾ ਕਿ ਪ੍ਰਧਾਨ ਮੰਤਰੀ ਰਾਸ਼ਟਰਪਤੀ ਭਵਨ ਤੋਂ ਉੱਤੇ ਲਾਲ ਕਿਲਾ, ਜਿਹਦੀ ਫਸੀਲ ਦੇ ਉੱਤੇ ਦੇਸ਼ ਦਾ ਤਿਰੰਗਾ ਝੰਡਾ ਲਹਿਰਾਉਂਦਾ, ਜਿਹਦੀ ਫਸੀਲ ਦੇ ਉੱਤੋਂ ਪ੍ਰਧਾਨ ਮੰਤਰੀ ਸੰਬੋਧਨ ਕਰਦਾ ਕੌਮ ਨੂੰ, ਦੇਸ਼ ਵਾਸੀਆਂ ਨੂੰ, ਉਹ ਲਾਲ ਕਿਲੇ ਤੱਕ ਐਡਾ ਵੱਡਾ ਰੂਟ ਲੰਬਾ ਤੇ ਪੁਲਿਸ ਕਿੱਥੇ ਹੈਗੀ ਹੈ? ਇੱਕ ਸੇਫ ਰੂਟ ਦਿੱਤਾ ਗਿਆ, ਉੱਥੋਂ ਤੱਕ ਇਹ ਹੜਦੁੰਗੀ ਜਿਹੜੇ ਚੰਦ ਲੋਕ ਅਗਵਾਈ ਕਰਕੇ ਭੋਲੇ ਭਾਲੇ ਸਾਡੇ ਯੂਥ ਨੂੰ ਬਰਗਲਾਉਂਦੇ ਹੋਏ ਉੱਥੇ ਤੱਕ ਲੈ ਕੇ ਗਏ। ਉਹਨਾਂ ਨੂੰ ਇੱਕ ਰਸਤਾ ਮੁਹੱਈਆ ਕਰਾਉਣ ਦੇ ਵਿੱਚ ਕੇਂਦਰ ਸਰਕਾਰ ਦੀ, ਤੇ ਉੱਥੇ ਜਾ ਕੇ ਜੋ ਹੋਇਆ ਉਹ ਸ਼ਰਮਨਾਕ ਆ। ਸਾਡਾ ਵਿਰੋਧ ਹੈਗਾ। ਪੰਜਾਬ ਦੇ ਕਿਸਾਨ ਨੇ ਦੇਸ਼ ਦੇ ਕਿਸਾਨ ਨੂੰ MSP ਦਾ ਰਸਤਾ ਦਿਖਾਇਆ। ਪੰਜਾਬ ਤੇ ਹਰਿਆਣੇ ਦੇ ਕਿਸਾਨ ਨੇ ਦੇਸ਼ ਦੇ ਕਿਸਾਨ ਨੂੰ ਇੱਕ ਪਲੇਟਫਾਰਮ, ਇੱਕ ਸਟੇਜ ਤੇ ਲੈ ਕੇ ਆਂਦਾ। ਸਾਡਾ ਵਿਰੋਧ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ, ਸਾਡਾ ਸੰਘਰਸ਼ ਕਿਸਾਨਾਂ ਦਾ, ਪੰਜਾਬ ਤੇ ਹਰਿਆਣੇ ਦੇ ਲੋਕਾਂ ਦਾ, ਦੇਸ਼ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਸਾਡਾ ਸੰਘਰਸ਼ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦਾ, ਨਾ ਕਿ ਜੋ ਕੱਲ ਲਾਲ ਕਿਲੇ ਦੇ ਉੱਤੇ ਵਾਪਰਿਆ ਬਿਲਕੁਲ ਨਹੀਂ ਹੈਗਾ। ਉਹ ਅੱਜ ਹੋਰ ਚਿੰਤਾਜਨਕ ਤੇ ਅਫਸੋਸ ਆ ਕਿ ਕੇਂਦਰ ਸਰਕਾਰ, ਜਿਹੜੀ ਮੂਕ ਦਰਸ਼ਕ ਕੇਂਦਰ ਸਰਕਾਰ ਨੇ ਖੁਦ ਇਹ ਲਾਲ ਕਿਲੇ ਦੇ ਉੱਤੇ ਹਜੂਮ ਨੂੰ ਚਾੜਨ ਦੇ ਵਿੱਚ ਇੱਕ ਸੀਕ੍ਰੇਟ ਮੀਟਿੰਗ ਦੇ ਤਹਿਤ ਇਹ ਸਾਰਾ ਪ੍ਰੋਗਰਾਮ ਲਿਖਿਆ, ਤੇ ਅੱਜ FIR ਕਿਤੇ ਦਰਜ ਹੁੰਦੀ ਆ? ਬਲਵੀਰ ਸਿੰਘ ਰਾਜੇਵਾਲ, ਉਗਰਾਹਾਂ ਸਾਹਿਬ, ਟਕੈਤ ਸਾਹਿਬ, ਮਤਲਬ ਕਿ ਉਹ ਜੀਨੀਅਸ ਕਿਸਾਨ ਲੀਡਰ, ਉਹ ਬੁੱਧੀਮਾਨ ਕਿਸਾਨ ਆਗੂ ਜਿਹੜੇ ਪਿਛਲੇ 60 ਦਿਨ ਤੋਂ ਦਿੱਲੀ ਬਾਰਡਰ ਦੇ ਉੱਤੇ ਲੱਖਾਂ ਦੀ ਗਿਣਤੀ 'ਚ ਪਹੁੰਚੇ ਹੋਏ ਕਿਸਾਨਾਂ ਨੂੰ ਅਨੁਸ਼ਾਸਨ ਦੇ ਵਿੱਚ ਰੱਖ ਕੇ ਲਾਮਬੰਦ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਉੱਤੇ ਇਸ ਤਰੀਕੇ ਦਬਾਅ ਬਣਾਉਣ ਦੇ ਵਿੱਚ ਆਪਣੀ ਬੁੱਧੀਮਾਨਤਾ ਕਾਰਨ ਸਫਲ ਹੋਏ। ਅੱਜ ਕੇਂਦਰ ਸਰਕਾਰ ਉਹਨਾਂ ਦੇ ਉੱਤੇ FIR ਦਰਜ ਕਰ ਰਹੀ ਹੈ, ਜਦਕਿ ਉਹ ਕਿਸਾਨ ਲੀਡਰਸ ਨੇ ਕੱਲ ਸਸਪੈਂਡ ਕੀਤੀ ਆਪਣੀ ਯਾਤਰਾ ਵੀ, ਆਪਣੀ ਕਿਸਾਨ ਪਰੇਡ ਵੀ। ਉਹਨਾਂ ਨੇ ਦੇਖਿਆ ਵੀ ਇਹ ਕੁਝ ਚੰਦ ਇੱਕ ਦੋ ਬੰਦੇ ਨੌਜਵਾਨਾਂ ਨੂੰ ਬਰਗਲਾ ਕੇ ਲਾਲ ਕਿਲਾ ਤੇ ਲੈ ਗਏ, ਹੜਦੁੰਗ ਹੋਇਆ। ਔਰ ਉਹਨਾਂ ਨੇ ਜਿਹੜੀ ਆਪਣੇ ਦਿੱਲੀ ਪੁਲਿਸ ਦੇ ਨਾਲ ਤੈਅਸ਼ੁਦਾ ਰੂਟ ਦੇ ਉੱਤੇ ਕਿਸਾਨ ਪਰੇਡ ਸੀ, ਉਹਨੂੰ ਵੀ ਸਸਪੈਂਡ ਕਰ ਦਿੱਤਾ, ਮੁਅੱਤਲ ਕਰਕੇ ਵਾਪਸ ਬਾਰਡਰਾਂ ਦੇ ਉੱਤੇ ਆ ਗਏ। ਤੇ ਦਿੱਲੀ ਦੀ ਕੇਂਦਰ ਸਰਕਾਰ ਮੋਦੀ ਦੀ ਡਿਕਟੇਟਰਸ਼ਿਪ ਦਾ ਮੈਂ ਕਹੂੰਗਾ ਇੱਕ ਹੋਰ ਨਮੂਨਾ ਕਿ ਉਹ ਕਿਸਾਨ ਲੀਡਰਾਂ ਦੇ ਉੱਤੇ FIR ਦੇਣ ਲੱਗ ਗਏ। ਅੱਜ ਅਫਸੋਸ ਹੈਗਾ, ਅੱਜ ਦੁੱਖ ਹੈ ਕਿ ਇਸ ਮਹਾਨ ਦੇਸ਼ ਦੀ ਪਰੰਪਰਾ ਨੂੰ ਤੋੜਨ ਵਾਸਤੇ ਕੇਂਦਰ ਸਰਕਾਰ ਦੀ ਸਾਜ਼ਿਸ਼, ਕੇਂਦਰ ਸਰਕਾਰ ਨੇ ਕੋਝਾ ਹੱਥਕੰਡਾ ਅਪਣਾਉਂਦੇ ਹੋਏ ਇਹ ਘਟੀਆ ਹਰਕਤ ਕੀਤੀ ਹੈ। ਤੇ ਉਦੋਂ ਮਾੜੀ ਹਰਕਤ ਕਿਸਾਨ ਲੀਡਰਾਂ ਦੇ ਉੱਤੇ ਜਿਹੜੇ FIR ਤੇ ਪਰਚੇ। ਸੋ ਮੇਰੀ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਹੈਗੀ ਆ ਕਿ ਜ਼ਾਬਤੇ ਦੇ ਵਿੱਚ ਰਹਿ ਕੇ, ਅਸੀਂ ਕਿੰਨੀ ਵਾਰ ਬਾਰਡਰਾਂ ਦੇ ਉੱਤੇ ਗਏ ਆ, ਕੋਈ ਕਿਸੇ ਦੇ ਨਾਲ ਮਤਭੇਦ ਨਹੀਂ, ਅਸੀਂ ਆਪਣੀ ਸਟੇਟ ਨੂੰ ਬਚਾਉਣਾ। ਸਾਡੀ ਸਟੇਟ ਤਾਂ ਬਚਦੀ ਹੈ ਜੇ ਖੇਤੀ ਬਚਦੀ ਹੈ, ਕਿਉਂਕਿ ਖੇਤੀ ਸਾਡੀ ਸਟੇਟ ਦਾ ਆਰਥਿਕ ਧੁਰਾ ਹੈਗੀ ਆ। ਜੇ ਸਾਡਾ ਆਰਥਿਕ ਧੁਰਾ ਟੁੱਟ ਗਿਆ ਤੇ ਫਿਰ ਸਾਡੀ ਸਟੇਟ ਖਤਮ ਹੈ, ਸਾਡੀ ਸਟੇਟ ਦੇ ਪੱਲੇ ਕੁਝ ਨਹੀਂ ਜੇ ਖੇਤੀਬਾੜੀ ਨਹੀਂ ਬਚਦੀ। ਸੋ ਮੇਰੀ ਪੰਜਾਬ ਦੇ ਆਵਾਮ ਨੂੰ ਅਪੀਲ ਹੈ ਕਿ ਜਿਹੜਾ ਬਾਰਡਰਾਂ ਦੇ ਉੱਤੇ ਅੰਦੋਲਨ ਦੁਬਾਰਾ
ਸੂਬੇਦਾਰ ਲੀਡਰਾਂ ਨੇ ਤੋਰਿਆ, ਉੱਥੇ ਗਿਣਤੀ ਫਿਰ ਵਧਾਉਣੀ ਪੈਣੀ ਆ। ਕੇਂਦਰ ਸਰਕਾਰ ਦੇ ਛੱਡੇ ਹੋਏ ਤੀਰਾਂ ਨੂੰ ਤੋੜਨ ਵਾਸਤੇ, ਘਟੀਆ ਹੱਥਕੰਡਿਆਂ ਨੂੰ ਖਤਮ ਕਰਨ ਵਾਸਤੇ ਸਾਨੂੰ ਫਿਰ ਬਾਰਡਰਾਂ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਉਹਨੂੰ ਚੰਗਾ ਮਜ਼ਬੂਤ ਕਰਕੇ ਇਹਨਾਂ ਕਾਲੇ ਕਾਨੂੰਨਾਂ ਦੀ ਸਮਾਪਤੀ ਤੱਕ ਅੰਦੋਲਨ ਕਰਨਾ ਪੈਣਾ। ਇਸ ਵਾਸਤੇ ਜਿਹੜੇ ਕੁਝ ਚੰਦੋ ਲੋਕ ਜਿਹੜੇ ਬੀਜੇਪੀ ਦੇ ਹੱਥ ਠੋਕਾ ਬਣ ਕੇ ਦਿੱਲੀ ਦੇ ਵਿੱਚ ਅਸ਼ਾਂਤੀ ਪੈਦਾ ਕਰਨ ਦੇ ਵਿੱਚ ਸਫਲ ਹੋਏ ਆ, ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਸਤੇ ਬਾਰਡਰਾਂ ਦੇ ਉੱਤੇ ਚੱਲ ਰਹੇ ਅੰਦੋਲਨ ਦੇ ਵਿੱਚ ਭਰਪੂਰ ਯੋਗਦਾਨ ਦਿਓ। ਕੀ ਮੰਨਦੇ ਜੀ? ਬਲਵੀਰ ਸਿੰਘ ਰਾਜੇਵਾਲ ਕਹਿੰਦੇ ਕਿ ਉਹਨਾਂ ਨੂੰ ਜਿਹੜਾ 101% ਮੈਂ ਪਹਿਲਾਂ ਕਹਿ ਕੇ ਹਟਿਆ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਇਸ ਤਾਕਤ ਦੇ ਵਿੱਚ, ਇਸ ਫਿਰਾਕ ਦੇ ਵਿੱਚ ਸੀ ਕਿ ਇਸ ਅੰਦੋਲਨ ਨੂੰ ਪਾੜਨਾ ਕਿਵੇਂ ਆ, ਕਮਜ਼ੋਰ ਕਿਵੇਂ ਕਰਨਾ। ਕਦੇ ਉੱਥੇ ਬੈਠੇ ਅੰਦੋਲਨਕਾਰੀ ਲੋਕਾਂ ਨੂੰ ਵੱਖਵਾਦੀ, ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ NIA ਦੇ ਨੋਟਿਸ, ਹਰ ਹੱਥਕੰਡਾ ਵਰਤਿਆ ਮੋਦੀ ਦੀ ਸਰਕਾਰ ਨੇ, ਮੋਦੀ ਐਂਡ ਕੰਪਨੀ ਨੇ, ਪਰ ਉਹ ਨਿਸਫਲ ਹੋ ਗਏ, ਵਿਫਲ ਹੋ ਗਏ। ਇਹ ਹੱਥਕੰਡਾ ਕਿਉਂਕਿ ਮੀਟਿੰਗ ਦਰ ਮੀਟਿੰਗ ਪੋਸਟਪੋਨ ਪੈਂਡਿੰਗ ਕਰਦੇ ਹੋਏ ਅੰਤ ਦੇ ਵਿੱਚ 26 ਜਨਵਰੀ ਵਾਲਾ ਪ੍ਰੋਗਰਾਮ ਇੱਕ ਪ੍ਰੀ ਪਲਾਨਡ ਤਰੀਕੇ ਦੇ ਨਾਲ ਇੱਕ ਸੇਫ ਰਸਤਾ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਸਰਕਾਰ ਦਾ ਤੇ ਸ਼ਰਾਰਤੀ ਤੱਤਾਂ ਨੂੰ ਅਗਵਾਈ ਕਰਨ ਵਾਲੇ ਲੋਕਾਂ ਦਾ ਤੈਅਸ਼ੁਦਾ ਪ੍ਰੋਗਰਾਮ, ਉਹ ਪ੍ਰੋਗਰਾਮ ਚਾੜਨ ਦੇ ਵਿੱਚ ਕੇਂਦਰ ਸਰਕਾਰ ਸਫਲ ਹੋਈ ਆ। ਜਿਹੜੀ ਰਾਜੇਵਾਲ ਸਾਹਿਬ ਤੇ ਦੂਜੇ ਕਿਸਾਨ ਲੀਡਰ ਗੱਲ ਕਹਿੰਦੇ ਆ ਉਹ ਬਿਲਕੁਲ ਦਰੁਸਤ ਹੈਗੀ ਆ, ਪਰ ਅੱਜ ਜਿੱਥੇ ਦੁੱਖ ਤੇ ਅਫਸੋਸ ਆ ਉੱਥੇ ਅੱਜ ਸਾਨੂੰ ਸਤਰਕ ਹੋਣ ਦੀ ਹੋਰ ਜ਼ਰੂਰਤ ਆ। ਆਪਾਂ ਚੰਦ ਖਰੀਦੇ ਹੋਏ ਬੰਦਿਆਂ ਦੇ ਮਗਰ ਲੱਗ ਕੇ ਐਡਾ ਵੱਡਾ ਅੰਦੋਲਨ ਬਿਨਾਂ ਕਿਸੇ ਪ੍ਰਾਪਤੀ ਤੋਂ ਵਾਪਸ ਆ ਜਾਈਏ, ਇਹ ਅੱਜ ਚਿੰਤਾ ਦਾ ਵਿਸ਼ਾ ਆ। ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਸ ਅੰਦੋਲਨ ਜਿਹੜਾ ਬਾਰਡਰਾਂ ਦੇ ਉੱਤੇ ਚੱਲ ਰਿਹਾ, ਇਸ ਅੰਦੋਲਨ ਨੂੰ ਹੋਰ ਤਾਕਤਵਰ ਕਰਨ ਵਾਸਤੇ ਕਿਸਾਨ, ਮਜ਼ਦੂਰ ਤੇ ਲੀਡਰ ਦਾ ਹੌਸਲਾ ਵਧਾਉਣ ਵਾਸਤੇ ਬਹੀਰਾਂ ਘੱਟ ਕੇ ਬਾਰਡਰਾਂ ਦੇ ਉੱਤੇ ਜਾਣਾ ਚਾਹੀਦਾ। ਬੜਾ ਦੁੱਖ ਤੇ ਅਫਸੋਸ ਹੋਇਆ, ਜਿਹੜਾ ਮੇਰਾ ਖਿਆਲ ਉੱਤਰਾਖੰਡ ਤੋਂ ਆਇਆ ਹੈ ਕਿਸਾਨ ਸੀਗਾ, ਉਹਦੀ ਮੌਤ ਹੋਈ ਆ। ਇਹ ਲੋਕ ਜਿਹੜੇ ਰਾਜਨੀਤਿਕ ਆ, ਕਿਸਾਨ ਲੀਡਰਾਂ ਦੀ ਸੂਝਬੂਝ ਤਾਂ ਇਸ ਗੱਲ ਦੇ ਵਿੱਚ ਰਹੀ ਕਿ ਉਹਨਾਂ ਨੇ ਪੋਲੀਟੀਕਲ ਪਾਰਟੀਆਂ ਦੇ ਰਾਜਨੀਤਿਕ ਲੀਡਰਾਂ ਨੂੰ ਦਰਕਨਾਰ ਕੀਤਾ, ਪਰ ਉਹਦੇ ਪਿੱਛੇ ਵੀ ਇੱਕ ਸਾਜ਼ਿਸ਼ ਹੈਗੀ ਆ। ਉੱਤਰਾਖੰਡ ਦੇ ਵਿੱਚੋਂ ਕੌਣ ਗਿਆ ਬਰਗਲਾਉਣ ਵਾਸਤੇ? ਉਹ ਚੱਲੇ ਹੋਏ ਕਾਰਤੂਸ ਬਾਦਲ ਐਂਡ ਕੰਪਨੀ ਦੇ ਲੋਕ ਬਰਗਲਾ ਕੇ ਉੱਥੇ ਹਿੰਸਕ ਪ੍ਰਦਰਸ਼ਨ ਵਾਸਤੇ ਉਕਸਾਉਂਦੇ ਆ ਕਿਸਾਨਾਂ ਨੂੰ। ਸੋ ਦੁੱਖ ਆ, ਚਾਹੇ ਉਹ ਸੱਟਾਂ ਵੱਜੀਆਂ, ਚਾਹੇ ਉਹ ਮੌਤ ਹੋਈ ਆ, ਚਾਹੇ ਉਹ ਜਵਾਨ ਦੀ ਆ ਤੇ ਚਾਹੇ ਕਿਸਾਨ ਦੀ ਆ। ਦੁੱਖ ਤੇ ਅਫਸੋਸ ਆ ਸਾਡੀ ਪ੍ਰਾਪਤੀ, ਜਿਹੜਾ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਚੱਲ ਰਿਹਾ, ਉਸ ਅੰਦੋਲਨ ਦੀ ਪ੍ਰਾਪਤੀ ਵੱਡੀ ਇਸੇ ਗੱਲ ਦੇ ਉੱਤੇ ਮਨਸਰ ਆ ਕਿ ਅੱਜ ਤੱਕ ਅੰਦੋਲਨ ਹਿੰਸਕ ਨਹੀਂ ਹੋਇਆ ਸੀਗਾ। ਅੰਦੋਲਨ ਨੂੰ ਹਿੰਸਕ ਕਰਨ ਦੀਆਂ ਸਾਜ਼ਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ ਸੀਗੀਆਂ। ਸੋ ਇਹ ਜਿਹੜੀ ਛੋਟੀ ਜਿਹੀ ਸਾਜ਼ਿਸ਼ ਸਫਲ ਹੋਈ ਆ, ਮੇਰਾ ਖਿਆਲ ਹੈ ਕਿ ਜੇ ਅਸੀਂ ਸਾਰੇ ਸਤਰਕ ਹੋ ਜਾਈਏ, ਅਸੀਂ ਆਪਣਾ ਪੁਰਾਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਬਾਰਡਰਾਂ ਦੇ ਉੱਤੇ ਅੰਦੋਲਨ ਦਾ, ਉਹਨੂੰ ਚੰਗਾ ਤਕੜਾ ਕਰ ਲਈਏ ਤੇ ਕੇਂਦਰ ਸਰਕਾਰ ਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ। ਪੰਜਾਬ ਸਰਕਾਰ ਨੇ ਵੀ ਕੱਲ ਇੰਟਰਨੈਟ ਸੇਵਾ ਕੁਝ ਸਮੇਂ ਲਈ ਸਥਗਿਤ ਕਰਨੀ ਸਰਕਾਰ ਦੀ ਕੋਈ ਮਜਬੂਰੀ ਹੋ ਸਕਦੀ ਹੈ, ਪਰ ਪਰਮਾਨੈਂਟ ਹੱਲ ਨਹੀਂ। ਪਰਮਾਨੈਂਟ ਹੱਲ ਕੇਂਦਰ ਦੀ ਸਰਕਾਰ ਇੰਟਰਨੈਟ ਸੇਵਾਵਾਂ ਸਸਪੈਂਡ ਕਰਦੀ ਹੈ। ਸ਼ਰਮਨਾਕ ਹੈ ਡੈਮੋਕ੍ਰੇਸੀ ਵਾਸਤੇ। ਪੂਰੀ ਦੁਨੀਆ ਦੇ ਵਿੱਚ ਅਸੀਂ ਰੌਲਾ ਪਾਉਂਦੇ ਹਾਂ ਕਿ ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਸਾਡੇ ਕੋਲ ਆ, ਤੇ ਅਸੀਂ ਉਸ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦੇ ਫੰਡਾਮੈਂਟਲ ਰਾਈਟਸ ਜਿਹੜੇ ਆ, ਜਿਹਦੇ ਵਿੱਚ ਇੰਟਰਨੈਟ ਵੀ ਹੈਗਾ, ਆਜ਼ਾਦੀ ਹੈ ਨਾ ਸਾਨੂੰ ਆਪਣੀ ਗੱਲ ਰੱਖਣ ਦੀ, ਤੇ ਇੰਟਰਨੈਟ ਦੇ ਜ਼ਰੀਏ ਅਸੀਂ ਆਪਣੀ ਗੱਲ ਰੱਖਦੇ ਹਾਂ। ਸੋ ਉਹਦੇ ਉੱਤੇ ਇੱਕ ਵੱਡਾ ਹਮਲਾ ਕੇਂਦਰ ਸਰਕਾਰ ਇਦਾਂ ਦੀਆਂ ਨੀਚ ਹਰਕਤਾਂ, ਇੰਟਰਨੈਟ ਸਸਪੈਂਡ ਕਰ ਦਿੱਤਾ, ਕੁਝ ਸਮੇਂ ਲਈ ਬੰਦ ਕਰ ਦਿੱਤਾ, ਕਿਉਂ ਨਹੀਂ ਆਪਣੀ ਗਲਤੀ ਮੰਨ ਲੈਂਦੀ ਵੀ ਹਾਂ ਭਾਈ ਸਾਡੇ ਕੋਲੋਂ ਖੇਤੀ ਸੁਧਾਰ ਕਾਨੂੰਨ ਗਲਤ ਬਣੇ ਆ, ਅਸੀਂ 1.5 ਸਾਲ ਨਹੀਂ, ਅਸੀਂ ਸਦਾ ਵਾਸਤੇ ਇਹਨਾਂ ਦਾ ਫਾਤਿਹਾ ਪੜ੍ਹ ਦਿੰਦੇ ਹਾਂ, ਖਤਮ ਕਰ ਦਿੰਦੇ ਹਾਂ। ਪੰਜਾਬ ਨੂੰ ਇੱਥੇ ਸਾਡੇ ਹਾਈ ਅਲਰਟ ਦੀ ਨਹੀਂ ਜ਼ਰੂਰਤ ਹੈਗੀ। ਚਲੋ ਕੈਪਟਨ ਸਾਹਿਬ ਕੋਲੇ ਕੋਈ ਇਨਪੁਟਸ ਹੋਣਗੀਆਂ ਜਿਹੜਾ ਉਹਨਾਂ ਨੇ ਇਹ ਕਦਮ ਚੱਕ ਲਿਆ, ਬਟ ਨੋ ਨੀਡ ਪੰਜਾਬ ਦੇ ਅੰਦਰ ਕੋਈ ਹਾਈ ਅਲਰਟ, ਕੋਈ ਸਾਡਾ ਆਪਸ ਦੇ ਵਿੱਚ ਬਰਹੇਮਾ। ਇੱਥੇ ਤਾਂ ਨੌ ਤੇ ਮਾਸ ਦਾ ਰਿਸ਼ਤਾ ਪੰਜਾਬ ਦੇ ਅੰਦਰ ਕਿਸੇ ਹੜਦੁੰਗੀ ਵਾਸਤੇ ਜਗ੍ਹਾ ਨਹੀਂ। ਦੇਖਿਆ ਤੁਸੀਂ ਹੜਦੁੰਗੀ ਉੱਥੇ ਲੋਕਾਂ ਨੇ ਕਿਵੇਂ ਭਜਾਏ ਆ, ਕਿਵੇਂ ਵੀਡੀਓਜ਼ ਉਹਨਾਂ ਦੇ ਵਾਇਰਲ ਹੋਇਆ, ਕਿਵੇਂ ਉਹ ਅਸਲ ਕਿਸਾਨਾਂ ਦੇ ਅੱਗੇ। ਅਸਲ ਕਿਸਾਨ ਕੌਣ ਹੈ? ਜਿਹੜਾ ਅਨੁਸ਼ਾਸਨ ਦੇ ਵਿੱਚ ਹੈ, ਜਿਹੜਾ ਡਿਸਪਲਿਨ ਦੇ ਵਿੱਚ ਹੈ। ਜਿਹੜਾ ਅਨੁਸ਼ਾਸਨ 'ਚ ਨਹੀਂ ਹੈਗਾ ਉਹ ਕਿਸਾਨ ਨਹੀਂਗਾ, ਉਹ ਸਿਰਫ ਤੇ ਸਿਰਫ ਕਿਸੇ ਏਜੰਸੀ ਦਾ ਹੱਥ ਠੋਕਾ, ਉਹ ਸਰਕਾਰ ਦਾ ਹੱਥ ਠੋਕਾ। ਜੋ ਏਜੰਸੀ ਜਾਂ ਸਰਕਾਰ ਉਹਨੂੰ ਕਹਿੰਦੀ ਆ, ਉਹ ਉਹੀ ਲੋਕਾਂ ਨੂੰ ਮਗਰ ਲਾਉਣ ਦਾ ਯਤਨ ਕਰਦਾ। ਸੋ ਇਹ ਨਗੂਣਾ ਯਤਨ ਆ। ਇਸ ਨਗੂਣੇ ਯਤਨ ਦੇ ਨਾਲ ਅੰਦੋਲਨ ਦੇ ਉੱਤੇ ਕੋਈ ਫਰਕ ਨਹੀਂ ਪਏਗਾ। ਇਹ ਅੰਦੋਲਨ ਸਫਲ ਹੋਏਗਾ, ਹੋ ਸਕਦਾ
ਥੋੜਾ ਸਮਾਂ ਲੱਗ ਜਵੇ। ਸਰ ਇੱਕ ਲਾਲ ਸਰਵੇ ਕਿਲ੍ਹੇ ਦੇ ਉਹ ਫਿਰ ਕੀ ਮੰਨਦੇ ਹੋ ਤੁਸੀਂ? ਗਲਤ ਹੈਗਾ, ਮੈਂ ਕਦੋਂ ਕਹਿ ਰਿਹਾ ਕਿ ਸਹੀ ਹੈਗਾ? ਸਾਡਾ ਉੱਥੇ ਜਾਣ ਦਾ ਕੋਈ ਮਕਸਦ ਹੀ ਨਹੀਂ ਸੀ। ਉਸ ਕਿਸਾਨ ਆਗੂ, ਉਹ ਸੰਘਰਸ਼ ਕਮੇਟੀ ਕਿਸਾਨਾਂ ਦੇ 31-32 ਆਗੂਆਂ ਦੇ ਜਿਹੜਾ ਬੜੇ ਸੁਚਾਰੂ ਢੰਗ ਦੇ ਨਾਲ, ਵਿਦਵਾਨਤਾ ਦੇ ਨਾਲ ਇਹ ਅੰਦੋਲਨ ਚਲਾ ਰਹੀ ਹੈ। ਉਸ ਤੈਅਸ਼ੁਦਾ ਪ੍ਰੋਗਰਾਮ ਜਿਹੜਾ ਸੰਘਰਸ਼ ਕਮੇਟੀ ਤੇ ਦਿੱਲੀ ਦੀ ਪੁਲਿਸ ਐਂਡ ਹਰਿਆਣਾ ਦੀ ਪੁਲਿਸ ਦੇ ਵਿੱਚ ਹੋਇਆ, ਉਹਦੇ ਉੱਤੇ ਜਾ ਰਹੇ ਆ। ਉਹਦੇ ਉੱਤੇ ਰਾਜੇਵਾਲ ਸਾਹਿਬ, ਟਕੈਤ ਸਾਹਿਬ, ਡਾਕਟਰ ਦਰਸ਼ਨਪਾਲ, ਇਹ ਸਾਰੇ ਜਾ ਰਹੇ। ਅੱਜ ਅਫਸੋਸ ਆ ਕਿ ਇਹਨਾਂ ਕਿਸਾਨ ਆਗੂਆਂ ਦੇ ਉੱਤੇ ਸਰਕਾਰ FIR ਕਰ ਰਹੀ ਹੈ। ਇਥੋਂ ਸਾਫ਼ ਤੇ ਸਪਸ਼ਟ ਆ ਕਿ ਸਰਕਾਰ ਦੀ ਬੌਖਲਾਹਟ, ਪਹਿਲਾਂ NIA ਦੇ ਨੋਟਿਸ, ਖਾਲਿਸਤਾਨੀ ਕਹਿਣਾ, ਵੱਖਵਾਦੀ ਕਹਿਣਾ, ਤੇ ਹੁਣ ਕਿਸਾਨ ਲੀਡਰਾਂ ਦੇ ਉੱਤੇ FIR ਦੇ ਕੇ ਲੋਕਾਂ ਨੂੰ ਭੈਭੀਤ ਕਰਨ ਦਾ ਯਤਨ ਆ, ਜਿਹੜੀ ਕਿ ਸਰਕਾਰ ਇਸ ਭੈਭੀਤ ਕਰਨ ਵਾਲੇ ਤੀਰ ਦੇ ਵਿੱਚ ਕਦੇ ਵੀ ਸਫਲ ਨਹੀਂ ਹੋ ਸਕਦੀ। ਸਰ 1 ਫਰਵਰੀ ਦਾ ਦਿਨ ਕਿਸਾਨ ਜਥੇ ਦਾ ਐਲਾਨ ਕੀਤਾ ਗਿਆ ਜੀ, ਸੰਸਦ ਦੇ ਪੈਦਲ ਮਾਰਚ ਵੀ ਕੱਢਾਂਗੇ, ਕਿਸ ਤਰ੍ਹਾਂ ਵੇਖਦੇ ਹੋ? ਤੇ ਚੰਗੀ ਗੱਲ ਹੈਗੀ ਆ, ਪੀਸਫੁਲ ਤਰੀਕੇ ਦੇ ਨਾਲ। ਡਿਸਪਲਿਨ ਸਾਡਾ ਫੰਡਾਮੈਂਟਲ ਰਾਈਟ, ਮੌਲਿਕ ਅਧਿਕਾਰ ਹੈਗਾ ਕਿ ਅਸੀਂ ਪੀਸਫੁਲ ਤਰੀਕੇ ਦੇ ਨਾਲ ਇਸ ਡੈਮੋਕ੍ਰੈਟਿਕ ਸਿਸਟਮ ਦੇ ਅੰਦਰ ਆਪਣੀ ਗੱਲ ਰੱਖ ਸਕਦੇ ਆ। ਜਿੱਥੇ ਪੀਸ ਟੁੱਟਦਾ ਉੱਥੇ ਸਰਕਾਰ ਦੀ ਸਾਜ਼ਿਸ਼ ਹੈਗੀ ਆ। ਮੈਂ ਪਹਿਲਾਂ ਕਹਿ ਕੇ ਹਟਾਂ ਕਿ 30-35 ਕਿਲੋਮੀਟਰ ਦਾ ਸ਼ੰਭੂ ਤੋਂ ਲਾਲ ਕਿਲੇ ਤੱਕ ਦਾ ਸਫ਼ਰ, ਇਹ ਰਸਤਾ ਕਿਹਨੇ ਦਿੱਤਾ? ਇਹ ਸੇਫ ਰਸਤਾ ਉਹਨਾਂ ਨੂੰ ਪੈਰੇਫੇਰੀ ਬਣਾ ਕੇ ਦਿੱਤੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ, ਜਿਹੜੀ ਕਿ ਕੇਂਦਰ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਇਸ ਤਾਕ ਦੇ ਵਿੱਚ ਸੀ, ਇਸ ਫਿਰਾਕ ਦੇ ਵਿੱਚ ਸੀ ਕਿ ਅਸੀਂ ਅੰਦੋਲਨ ਨੂੰ ਪਾੜਨਾ ਕਿਵੇਂ ਆ। ਐਂਡ ਕੇਂਦਰ ਸਰਕਾਰ, ਮੈਂ ਕਹੂੰਗਾ, ਇਸ ਕੋਝੀ ਹਰਕਤ ਦੇ ਨਾਲ ਸਫਲ ਜ਼ਰੂਰ ਹੋਈ ਆ, ਪਰ ਦੁਨੀਆ ਦੇ ਵਿੱਚ ਸਾਡੇ ਦੇਸ਼ ਦੀ ਮੋਦੀ ਸਰਕਾਰ ਦਾ ਸਿਰ ਨੀਵਾਂ ਹੋਇਆ, ਸਾਡੀ ਡੈਮੋਕ੍ਰੇਸੀ ਦਾ ਸਿਰ ਨੀਵਾਂ ਹੋਇਆ। ਦੀਪ ਸਿੱਧੂ ਦਾ ਨਾਮ ਬਹੁਤ ਅੱਗੇ ਆ ਰਿਹਾ ਹੈ, ਉਹਨਾਂ ਦੀ ਨਿੰਦਾ ਕਾਫੀ ਹੁੰਦੀ ਪਈ ਹੈ ਕਿ ਆਖਿਰਕਾਰ ਲਾਲ ਕਿਲੇ ਦੇ ਪਹੁੰਚਣ ਦਾ ਦੀਪ ਸਿੱਧੂ ਦਾ ਹੱਥ ਸੀਗਾ। ਕਿਸ ਤਰੀਕੇ ਨਾਲ ਦੇਖਦੇ ਹੋ? ਕੱਲੇ ਦੀਪ ਸਿੱਧੂ, ਤੁਸੀਂ ਇੱਕ ਗੱਲ ਨੋਟ ਕੀਤੀ ਹੋਏਗੀ, ਇਹ ਨੋਟਿਸ ਕਰੋ ਕਿ ਦੇਸ਼ ਦੀ ਇੱਕ ਅਹਿਮ ਸੰਸਥਾ ਕਵਾਂਗਾ, ਵੱਡੀ ਬਿਲਡਿੰਗ, ਜਿਹਦੇ ਤੋਂ ਪ੍ਰਧਾਨ ਮੰਤਰੀ ਦੇਸ਼ ਦਾ ਤਿਰੰਗਾ ਤੇ ਉਹਦੀ ਫਸੀਲ ਦੇ ਉੱਤੋਂ ਕੌਮ ਨੂੰ ਸੰਬੋਧਨ ਕਰਦੇ ਆ, ਦੇਸ਼ ਵਾਸੀਆਂ ਨੂੰ। ਉੱਥੇ ਇੱਕ ਬੰਦਾ ਕੁਝ ਨੌਜਵਾਨਾਂ ਦੇ ਜਿਹੜੇ ਭਾਵਨਾਵਾਂ ਦੇ ਬਹਿਣ ਸੀਗੇ, ਉਹਨਾਂ ਦਾ ਨਜਾਇਜ਼ ਫਾਇਦਾ ਚੱਕਦੇ ਹੋਏ ਉੱਥੇ ਲਿਜਾ ਕੇ ਝੰਡਾ ਚੜਾਇਆ ਵੇ। ਐਂਡ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਹਦਾ ਵੀਡੀਓ ਸੁਣੋ, ਉਹ ਕਿੰਨੇ ਕੌਨਫੀਡੈਂਸ ਦੇ ਵਿੱਚ ਹੈਗਾ। ਉਹ ਕੌਨਫੀਡੈਂਸ ਜਿਹੜੇ ਨਾਲ ਉਹ ਬੋਲ ਰਿਹਾ, ਉਹ ਕੌਨਫੀਡੈਂਸ ਇਸ ਗੱਲ ਦਾ ਇਸ਼ਾਰਾ ਕਰਦਾ ਕਿ ਉਹਦੇ ਪਿੱਛੇ ਬੜੀ ਵੱਡੀ ਦੇਸ਼ ਦੀ ਸਰਕਾਰ ਦਾ ਹੱਥ ਹੈਗਾ, ਤਾਕਤ ਉਹਦੇ ਪਿੱਛੇ ਹੈ। ਉਹ ਤਾਕਤ ਬੋਲ ਰਹੀ ਹੈ। ਉਹਦੇ ਪਿੱਛੇ ਜਿਹੜੀਆਂ ਏਜੰਸੀਆਂ, ਜਿਹੜੇ ਤਾਕਤਵਰ ਸਰਕਾਰੀ ਅਹੁਦਿਆਂ ਤੇ ਬੈਠੇ ਲੋਕਾਂ ਵੱਲੋਂ ਕਰਵਾਇਆ ਗਿਆ ਮਿਸ਼ਨ ਸਫਲ ਹੋਣ ਦਾ, ਉਹ ਉਹਦੇ ਬੋਲਣ ਦੇ ਲਹਿਜੇ ਤੋਂ ਪ੍ਰਤੀਤ ਹੋ ਰਿਹਾ। ਸੋ ਇਸ ਕਰਕੇ ਮੇਰੀ ਸਨਿਮਰ ਬੇਨਤੀ ਆ ਕਿਸਾਨ ਲੀਡਰਸ ਨੂੰ ਕਿ ਕਿਰਪਾ ਕਰਕੇ ਤੁਸੀਂ ਸਾਰੇ ਤਕੜੇ ਹੋ ਕੇ ਪਹਿਰਾ ਦਿਓ। ਪੂਰੇ ਦੇਸ਼ ਦੇ ਲੋਕ ਨਹੀਂ, ਪੂਰੀ ਦੁਨੀਆ ਦੇ ਨਿਆਂ ਪਸੰਦ ਲੋਕ ਇਸ ਅੰਦੋਲਨ ਦੇ ਨਾਲ ਹੈ। ਇਹ ਜਿਹੜਾ ਸਰਕਾਰ ਨੇ ਡਰਾਮਾ ਕਰਾਇਆ ਲਾਲ ਕਿਲੇ ਵਾਲਾ, ਪੂਰੀ ਦੁਨੀਆ ਦੇ ਵਿੱਚ ਬੈਠੇ ਨਿਆਂ ਪਸੰਦ ਲੋਕ ਸਮਝ ਚੁੱਕੇ ਆ ਕਿ ਇਹ ਡਰਾਮਾ ਸਰਕਾਰੀ ਡਰਾਮਾ ਸੀਗਾ। ਜਿਹੜੇ ਉੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਬੈਠੇ ਨੇ, ਹਜੇ ਵੀ ਜਿਹੜੇ ਕਿਸਾਨ ਬੈਠੇ ਨੇ, ਉਹਨਾਂ ਨੂੰ ਕੀ ਕਹਿਣਾ? ਬਾਰਡਰਾਂ ਦੇ ਉੱਤੇ ਮੈਂ ਪੰਜਾਬ ਦੇ ਲੋਕਾਂ ਨੂੰ, ਦੇਸ਼ ਦੇ ਨਿਆਂ ਪਸੰਦ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਬਾਰਡਰਾਂ ਦੇ ਉੱਤੇ ਜਿਹੜਾ 60 ਦਿਨ ਤੋਂ ਤਕਰੀਬਨ ਪਿਛਲੇ 60 ਦਿਨਾਂ ਤੋਂ ਅੰਦੋਲਨ ਚੱਲ ਰਿਹਾ, ਉਸ ਅੰਦੋਲਨ ਨੂੰ ਤਕੜਾ ਕਰੋ। ਸ਼ਾਂਤਮਈ ਪੀਸਫੁਲ ਤਰੀਕੇ ਦੇ ਨਾਲ ਕਿਸੇ ਵੀ ਸਮੱਸਿਆ, ਕਿਸੇ ਵੀ ਦਿੱਕਤ, ਕਿਸੇ ਕਾਲੇ ਕਾਨੂੰਨ ਨੂੰ ਅਸੀਂ ਰੱਦ ਕਰਵਾ ਸਕਦੇ ਹਾਂ। ਸਾਡੇ ਕੋਲ ਇਤਿਹਾਸ ਆ, ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਮੇਰਾ ਖਿਆਲ 9 ਮਹੀਨੇ ਤੇ 27 ਦਿਨ ਜਿੱਥੇ ਪਗੜੀ ਸੰਭਾਲੋ ਜੱਟਾ ਲਾਲਾ ਜੀ ਦਾ ਗਾਇਆ ਹੈ ਗੀਤ ਪ੍ਰਚਲਿਤ ਹੋਇਆ, 9 ਮਹੀਨੇ 27 ਦਿਨ ਕਾਲੇ ਕਾਨੂੰਨਾਂ ਦੇ ਵਰਖਲਾਫ ਇਤਿਹਾਸ ਦੇ ਵਿੱਚ ਦਰਜ ਹੈ ਅੰਦੋਲਨ ਚਲਾਉਣਾ ਪਿਆ ਸ਼ਾਂਤਮਈ ਤਰੀਕੇ ਦੇ ਨਾਲ, ਤੇ ਅੰਗਰੇਜ਼ਾਂ ਨੂੰ ਮਜਬੂਰ ਕਰ ਦਿੱਤਾ। ਉਸ ਸ਼ਾਂਤਮਈ ਅੰਦੋਲਨ ਨੇ ਅੰਗਰੇਜ਼ਾਂ ਨੂੰ ਉਹ ਕਾਲਾ ਕਾਨੂੰਨ ਜਿਹੜਾ ਖੇਤੀਬਾੜੀ ਤੇ ਕਿਸਾਨਾਂ ਦੇ ਉਲਟ ਸੀਗਾ, ਉਹਨੂੰ ਰੱਦ ਕਰਨਾ ਪਿਆ ਸੀ। ਐਸਾ ਮਹਾਨ ਇਤਿਹਾਸ ਸਾਡੇ ਕੋਲ ਹੈ। ਥੈਂਕ ਯੂ ਸਰ।